ਸਤਿ ਸ਼੍ਰੀ ਅਕਾਲ ਜੀ। मैं आस करदा तुसीं सारे चढ़दी कला च होवोगे। कुछ घटनावां वापरियां, उन्हां घटनावां नूं लैके बड़ी चर्चा हुई, सो उस बारे आपां गलबात करनी है। मैं रूबरू होया। पहली गल तां ये गल क्लीयर कर दईए, आपां साडे सारे पंजाब दे हरियाणा दे होर पासे जिहड़े साडे बंदे किसानी संघर्ष च बैठे आ, उन्हां नूं भी असीं किसानी संघर्ष दे नाल आ, किसानी संघर्ष दे नाल सी ते रहांगे भी। इसलिए इस गल नूं जिहड़ी घटना सवेरे वापरी आ, जो निहंग सिंघां ने एक गुरु साहब दी बेअदबी करन आए व्यक्ति नूं सौदा लाया, उस बारे गल करनी, उस गल नूं किस संदर्भ च देखना, ये गल साडे लई वाचनी बड़ी जरूरी आ। साडे ਜਿਹੜੇ ਆਗੂ ਆ, ਬਜ਼ੁਰਗ ਆ, ਉਹਨਾਂ ਨੂੰ ਮੇਰੀ ਬੇਨਤੀ ਆ ਵੀ 26 ਨਵੰਬਰ ਨੂੰ ਵੀ ਇਹੀ ਬੇਨਤੀ ਸੀ, 26 ਜਨਵਰੀ ਨੂੰ ਵੀ ਇਹੀ ਬੇਨਤੀ ਸੀ ਤੇ ਅੱਜ ਵੀ ਇਹੀ ਬੇਨਤੀ ਆ ਵੀ ਤੁਸੀਂ ਸਾਡੇ ਆਗੂ ਹੋ, ਤੁਸੀਂ ਸਤਿਕਾਰਯੋਗ ਹੋ, ਤੁਸੀਂ ਸਾਡੇ ਬਜ਼ੁਰਗ ਹੋ ਤੇ ਅਸੀਂ ਤੁਹਾਡੇ ਨਾਲ ਆ, ਹਮੇਸ਼ਾ ਤੁਹਾਡੇ ਨਾਲ ਆ, ਤੁਹਾਡੇ ਬੱਚਿਆਂ, ਤੁਹਾਡੇ ਸੋਲਜਰਾਂ ਤੇ ਸੰਘਰਸ਼ ਦੇ ਨਾਲ ਵੀ ਖੜੇ ਆ। ਪਰ ਕਦੇ-ਕਦੇ ਗੱਲਾਂ ਤੁਹਾਨੂੰ ਵੀ ਸਮਝਣੀਆਂ ਚਾਹੀਦੀਆਂ, ਉਹ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਆ ਵੀ 26 ਨਵੰਬਰ ਨੂੰ ਜਦੋਂ ਬੈਰੀਕੇਡ ਤੋੜੇ ਆਪਾਂ ਇਸੇ ਸੰਘਰਸ਼ 'ਚ, ਉਹਦੇ ਤੁਸੀਂ ਕਿਹਾ ਜਿਹੜੇ ਬੈਰੀਕੇਡ ਤੋੜ ਕੇ ਗਏ ਆ ਉਹ ਸਾਡੇ ਬੰਦੇ ਨਹੀਂ ਆ। 26 ਜਨਵਰੀ ਨੂੰ ਜਦੋਂ ਲੋਕਾਂ ਦਾ ਵਹਿਣ ਲਾਲ ਕਿਲ੍ਹੇ ਵੱਲ ਨੂੰ ਆਪੇ ਵਹਿ ਤੁਰਿਆ ਤੇ ਜਿਹੜੇ ਉੱਥੇ ਬੰਦੇ ਪਹੁੰਚੇ, ਤੁਸੀਂ ਇਹ ਕਿਹਾ ਉਹ ਸਾਡੇ ਬੰਦੇ ਨਹੀਂ ਆ। ਹੁਣ 1 ਸਾਲ ਤੋਂ ਵੱਧ ਸਮਾਂ ਹੋ ਗਿਆ, ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਕੋਲੇ ਉੱਥੇ ਪਹਿਰਾ ਦੇ ਰਹੀਆਂ। ਜਦੋਂ 26 ਜਨਵਰੀ ਨੂੰ ਕੁਛ ਸਰਕਾਰ ਦੇ ਗੁੰਡੇ ਆ ਕੇ ਸਾਡੇ ਮੋਰਚੇ ਤੇ ਹਮਲਾ ਕਰਦੇ ਆ ਤੇ ਸਾਹਮਣੇ ਹਿੱਕ ਢਾਹ ਕੇ ਖੜ ਜਾਂਦੇ ਆ, ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਅੱਜ ਤੁਸੀਂ ਇਹ ਕਹਿਤਾ ਵੀ ਉਹ ਤੁਹਾਡੇ ਬੰਦੇ ਨਹੀਂ ਆ। ਸੋ ਬਜ਼ੁਰਗੋ, ਗੱਲ ਇਹ ਆ, ਜੇ ਉਹ ਤੁਹਾਡੇ ਬੰਦੇ ਨਹੀਂ ਤਾਂ ਕਿਹਦੇ ਬੰਦੇ ਆ? ਕਿਹਦੀ ਖਾਤਰ ਉੱਥੇ ਅਸੀਂ ਬੈਠੇ ਰਹੇ, ਹੁਣ ਉਹ ਬੰਦੇ ਬੈਠੇ ਰਹੇ ਜਾਂ ਹੋਰ ਜਿਹੜੇ ਉੱਥੇ ਬੰਦੇ ਉਹ ਬੈਠੇ ਆ, ਉਹਨਾਂ 'ਚ ਇੱਕ ਰੋਹ ਵੀ ਆ, ਗੁੱਸਾ ਵੀ ਆ ਤੇ ਆਪਦੇ ਹੱਕ ਲੈਣ ਖਾਤਰ ਬੈਠੇ ਆ। ਪਰ ਫਿਰ ਵੀ ਪੰਜਾਬ 'ਚ ਰਹਿਣ ਵਾਲੇ ਹਰ ਸਿੱਖ ਨੂੰ, ਹਰ ਉੱਥੋਂ ਦੇ ਬੰਦਿਆਂ ਨੂੰ, ਹਰਿਆਣੇ ਦੇ ਬੰਦਿਆਂ ਨੂੰ, ਯੂਪੀ ਦੇ ਬੰਦਿਆਂ ਨੂੰ ਮੇਰਾ ਇੱਕ ਇਹ ਅਰਜ਼ੀ ਲਾ ਲਓ ਜਾਂ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਨਾ ਹੀ ਆਗੂਆਂ ਤੋਂ ਪਾਸੇ ਹੋਇਓ ਤੇ ਨਾ ਸੰਘਰਸ਼ ਤੋਂ ਪਾਸੇ ਹੋਇਓ। ਆਪਾਂ ਕਿਸਾਨੀ ਸੰਘਰਸ਼ ਦੇ ਨਾਲ ਵੀ ਆ, ਆਪਾਂ ਆਗੂਆਂ ਦੇ ਨਾਲ ਵੀ ਆ, ਪਰ ਕੁਝ ਗੱਲਾਂ ਨੂੰ ਸਮਝਣਾ ਸਾਡੇ ਲਈ ਬੜੀ ਜ਼ਰੂਰਤ ਇਸ ਵੇਲੇ ਬਣੀ ਹੋਈ ਆ। ਉਹ ਇਸ ਕਰਕੇ ਕਿਉਂਕਿ ਇੱਕ ਗੱਲ ਬੜੀ ਵੱਡੇ ਪੱਧਰ ਤੇ ਪ੍ਰਚਾਰੀ ਜਾ ਰਹੀ ਆ ਵੀ ਉਹਨਾਂ ਨੇ ਕਾਨੂੰਨ ਨੂੰ ਹੱਥ 'ਚ ਲਿਆ। ਜਦੋਂ ਕਾਨੂੰਨ ਇੰਨਾ ਪੱਖਪਾਤੀ ਹੋ ਜੇ ਵੀ ਪਿਛਲੇ 5 ਸਾਲਾਂ ਤੋਂ ਲਗਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਆ ਤੇ ਕਾਨੂੰਨ ਇਹ ਕਹਿ ਕੇ ਉਹਨਾਂ ਬੰਦਿਆਂ ਨੂੰ ਛੱਡ ਦਿੰਦਾ ਵੀ ਉਹਨਾਂ ਦੇ ਦਿਮਾਗੀ ਗੜਬੜ ਸੀ, ਉਹ ਦਿਮਾਗੀ ਤੌਰ ਤੇ ਕਮਜ਼ੋਰ ਸੀ ਤੇ ਉਹਨਾਂ ਨੂੰ ਛੱਡ ਦਿੱਤੇ ਗਏ। ਇਹ ਤਾਂ ਉਹ ਗੱਲ ਹੋਈ ਵੀ ਕੋਈ ਅੰਨਾ ਤੇ ਉਹਨੇ ਜਦੋਂ ਵਿੰਨ ਕੇ ਤੀਰ ਮਾਰਿਆ ਤੇ ਹਰ ਵਾਰ ਨਿਸ਼ਾਨੇ 'ਚ ਲੱਗਿਆ ਜਾ ਕੇ, ਵੀ ਹਰ ਵਾਰ ਨਿਸ਼ਾਨੇ 'ਚ ਨਹੀਂ ਲੱਗਦਾ ਹੁੰਦਾ। ਹਰ ਵਾਰ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਬੰਦਾ ਆ ਕੇ ਤੇ ਉਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਨਿਰਾਦਰ ਕਰਨਾ ਸੁਝਦਾ। ਫਿਰ ਇਹ 5 ਸਾਲਾਂ ਤੋਂ ਸਾਨੂੰ ਕਿਵੇਂ ਲਗਾਤਾਰ ਪ੍ਰਵੋਕ ਕਰ ਰਹੇ ਆ। ਅਸੀਂ ਕਾਨੂੰਨ ਕੋਲੇ ਅਰਜ਼ੀਆਂ ਦੇ ਕੇ ਆਪਦੀਆਂ ਸ਼ਿਕਾਇਤਾਂ ਕਰਕੇ ਥੱਕ ਗਏ, ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਪੁਰਾਣੇ ਸਾਡੇ ਨਾਲ ਹੋਈ ਬੇਇਨਸਾਫੀ ਦਾ ਇਨਸਾਫ ਨਹੀਂ ਮਿਲਿਆ। ਸੋ ਜਦੋਂ ਕਾਨੂੰਨ ਪੱਖਪਾਤੀ ਹੋ ਜੇ ਉਦੋਂ ਕਾਨੂੰਨ ਹੱਥ 'ਚ ਲੈਣਾ ਪੈਂਦਾ ਹੁੰਦਾ। ਇਹ ਇਤਿਹਾਸ ਦੀਆਂ ਬਹੁਤ ਘਟਨਾਵਾਂ ਇਹਦੀ ਗਵਾਹੀ ਭਰਦੀਆਂ। ਜਦੋਂ ਮਦਨ ਲਾਲ ਢੀਂਗਰਾ ਨੇ ਕਾਨੂੰਨ ਹੱਥ 'ਚ ਲਿਆ ਸੀ ਫਿਰ ਉਹ ਵੀ ਗਲਤ ਸੀ। ਜਦੋਂ ਸ਼ਹੀਦ ਊਧਮ ਸਿੰਘ ਨੇ ਕਾਨੂੰਨ ਹੱਥ 'ਚ ਲਿਆ ਸੀ ਫਿਰ ਉਹ ਵੀ ਗਲਤ ਸੀ। ਜਦੋਂ ਭਗਤ ਸਿੰਘ ਨੇ, ਜਿਹਦੀ ਗੱਲ ਆਪਾਂ ਕਿਸਾਨੀ ਸੰਘਰਸ਼ 'ਚ ਬੈਠੇ ਕਰਦੇ ਆ ਵੀ ਇਨਕਲਾਬ ਭਗਤ ਸਿੰਘ ਨੇ ਲਿਆ, ਤਾਂ ਫਿਰ ਸਰਦਾਰ ਭਗਤ ਸਿੰਘ ਵੀ ਗਲਤ ਸੀ। ਜਦੋਂ ਜਿੰਦੇ ਤੇ ਸੁੱਖੇ ਨੇ ਕਾਨੂੰਨ ਹੱਥ 'ਚ ਲਿਆ ਸੀ ਫਿਰ ਉਹ ਵੀ ਗਲਤ ਸੀ। ਤੇ ਜਦੋਂ
ਸਾਡੇ ਜਥੇਦਾਰ ਰਣਜੀਤ ਸਿੰਘ ਨੇ ਕਾਨੂੰਨ ਹੱਥ 'ਚ ਲਿਆ ਸੀ, ਉਹ ਵੀ ਗਲਤ ਸੀ। ਉਹਨਾਂ ਤੋਂ ਵੀ ਪੁੱਛ ਲਓ ਵੀ ਕਾਨੂੰਨ ਕਿਉਂ ਹੱਥ 'ਚ ਲੈਣਾ ਪੈ ਗਿਆ। ਹੁਣ ਇਸ ਗੱਲ ਨੂੰ ਜੇ ਆਪਾਂ ਇਹ ਕਹੀਏ ਵੀ ਕਾਨੂੰਨ ਹੱਥ 'ਚ ਲਿਆ, ਤੇ ਆਪਣੇ ਹੁਣੇ ਹੀ ਲਖੀਮਪੁਰ ਖੇੜੀ 'ਚ ਜਦੋਂ ਸਾਡੇ ਬੰਦਿਆਂ ਨੂੰ ਦਗੜ ਕੇ ਕਤਲੇਆਮ ਕਰਤਾ, ਤੇ ਉੱਥੇ ਰੋਹ 'ਚ ਆਏ ਸਾਡੇ ਬੰਦਿਆਂ ਨੇ 2 ਬੀਜੇਪੀ ਦੇ ਬੰਦੇ ਮਾਰਤੇ, ਫਿਰ ਤਾਂ ਅਸੀਂ ਵੀ ਕਾਨੂੰਨ ਹੱਥ 'ਚ ਲੈ ਲਿਆ, ਫਿਰ ਆਪਾਂ ਵੀ ਗਲਤ ਆ। ਉਦੋਂ ਤਾਂ ਜਿਹੜੇ ਆਪਣੇ ਟਕੈਤ ਸਾਹਿਬ ਆ ਉਹ ਇਹ ਕਹਿ ਰਿਹਾ ਇਹਦਾ ਐਕਸ਼ਨ ਦਾ ਰਿਐਕਸ਼ਨ ਸੀ, ਪਰ ਇੱਥੇ ਐਕਸ਼ਨ ਦਾ ਰਿਐਕਸ਼ਨ ਨਹੀਂ ਤੁਹਾਨੂੰ ਦਿਸਿਆ। ਪਿਛਲੇ 5 ਸਾਲਾਂ ਦਾ ਜਿਹੜਾ ਇਹ ਐਕਸ਼ਨ ਕਰ ਰਹੇ ਆ, ਉਹ ਐਕਸ਼ਨ ਦਾ ਰਿਐਕਸ਼ਨ ਨਹੀਂ ਦਿਖਿਆ। ਸੋ ਬਜ਼ੁਰਗੋ, ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਹਾਨੂੰ ਯੋਗਿੰਦਰ ਯਾਦਵ ਵਰਗੇ ਬੰਦੇ ਮੈਨੀਪੂਲੇਟ ਕਰ ਦਿੰਦੇ ਆ, ਤੁਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਹੋ, ਤੇ ਤੁਸੀਂ ਪੰਥ ਤੇ ਪਰਾਏ ਹੋ ਕੇ ਖੜ ਜਾਂਦੇ ਹੋ, ਜਾਂ ਪੰਜਾਬ ਤੋਂ ਪਰਾਏ ਹੋ ਕੇ ਖੜ ਜਾਂਦੇ ਹੋ। ਤੁਹਾਨੂੰ ਪੰਜਾਬ ਦੀ ਧਰਤੀ ਨੇ ਮਾਫ ਨਹੀਂ ਕਰਨਾ। ਅਸੀਂ ਤਾਂ ਤੁਹਾਡੇ ਨਾਲ ਖੜੇ ਆ, ਅਸੀਂ ਸੰਘਰਸ਼ ਤੁਹਾਡੇ ਨਾਲ ਹਿੱਕ ਢਾਹ ਕੇ ਖੜੇ ਆ, ਅੱਜ ਵੀ ਨਾਲ ਆ, ਪਹਿਲਾਂ ਵੀ ਨਾਲ ਸੀ ਤੇ ਅੱਗੇ ਵੀ ਰਹਾਂਗੇ। ਤੁਸੀਂ ਸਾਡੀ ਪੈਰਵਾਈ ਕਰੋ ਨਾ ਕਰੋ, ਇਹ ਪ੍ਰੋਵੋਕੇਸ਼ਨ ਸੀ। ਪ੍ਰੋਵੋਕੇਸ਼ਨ ਦੇ ਬਾਅਦ ਹੀ ਇਹ ਵਰਤਾਰਾ ਵਾਪਰਿਆ। ਇਹ ਕੋਈ ਇੱਕ ਆਈਸੋਲੇਸ਼ਨ 'ਚ ਜਾਂ ਇਹਨੂੰ ਕੱਲੀ ਘਟਨਾ ਨੂੰ ਨਾ ਦੇਖੋ, ਇਹਦੇ ਪਿੱਛੇ 5 ਸਾਲ ਦਾ ਬੇਅਦਬੀ ਦਾ ਇਤਿਹਾਸ ਪਿਆ। ਸੋ ਇਸ ਕਰਕੇ ਜਿਹੜੇ ਬੰਦੇ ਇਹ ਕਹਿੰਦੇ ਆ ਵੀ ਕਾਨੂੰਨ ਹੱਥ 'ਚ ਲੈ ਲਿਆ, ਇਹ ਬੰਦਿਆਂ ਨੂੰ ਇੱਕ ਸਵਾਲ ਆ ਮੇਰਾ ਵੀ ਜਦੋਂ ਕੋਈ ਇਤਿਹਾਸ 'ਚ ਜਦੋਂ ਕੌਮ ਨੇ ਸਾਡੇ ਸੰਘਰਸ਼ੀ ਬੰਦਿਆਂ ਨੇ ਇਨਸਾਫ ਲਿਆ, ਉਹਦੇ ਕਾਨੂੰਨ ਹੱਥ 'ਚ ਨਹੀਂ ਲਿਆ ਗਿਆ। ਅੱਜ ਹੀ ਤੁਹਾਨੂੰ ਦਿਖਦਾ ਵੀ ਕਾਨੂੰਨ ਹੱਥ 'ਚ ਲੈ ਲਿਆ। ਫਿਰ ਅਗਲੀ ਗੱਲ, ਡਾਕਟਰ ਸਵਾਈਮਾਨ ਸਿੰਘ ਆ ਜਿਹੜੇ, ਉਹ ਬੜੇ ਸਤਿਕਾਰਯੋਗ ਆ, ਬੜੇ ਜੈਂਟਲ ਆ, ਉਹਨਾਂ ਨੇ ਵੀ ਇਹ ਗੱਲ ਕਹੀ ਵੀ ਜੇ ਗੁਰੂ ਨਾਨਕ ਪਾਤਸ਼ਾਹ ਹੁੰਦੇ, ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਹੁੰਦੇ, ਤਾਂ ਵੀ ਐਂ ਕਰਦੇ। ਤੁਸੀਂ ਗੁਰੂਆਂ ਨੂੰ ਨਖੇੜ ਕੇ ਨਾ ਦੇਖੋ। ਮੈਂ ਡਾਕਟਰ ਸਾਹਿਬ ਤੁਹਾਨੂੰ ਬੇਨਤੀ ਕਰਦਾ, ਤੁਸੀਂ ਇਸ ਗੱਲ ਤੇ ਤੁਹਾਨੂੰ ਸਮਝ ਨਹੀਂ, ਤੇ ਤੁਸੀਂ ਚੰਗੇ ਬੰਦੇ ਹੋ, ਤੁਸੀਂ ਨਾ ਬੋਲੋ, ਕਿਉਂਕਿ ਉਸ ਵੇਲੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਇਹ ਤਾਂ ਇੱਕ ਜੋਤ ਆ, ਇੱਕ ਜੋਤ ਪ੍ਰਗਟ ਹੋਈ। ਇਹਨਾਂ ਨੂੰ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ ਸੀ। ਜੋ ਗੁਰੂ ਨਾਨਕ ਸਾਹਿਬ ਵੇਲੇ ਗੁਰੂ ਨਾਨਕ ਸਾਹਿਬ ਨੂੰ ਜ਼ਰੂਰਤ ਸੀ, ਜਾਂ ਉਸ ਵੇਲੇ ਉਹ ਇਲਹਾਮ ਸੀ ਉਹਨਾਂ ਨੂੰ, ਉਦੋਂ ਉਹਨਾਂ ਨੇ ਉਹ ਕੀਤਾ। ਜੋ 10ਵੇਂ ਪਾਤਸ਼ਾਹ ਵੇਲੇ ਇੱਕ ਜ਼ਰੂਰਤ ਸੀ ਸਮਾਜ ਦੀ, ਉਦੋਂ ਉਹਨਾਂ ਨੇ ਉਹ ਕੀਤਾ। ਸੋ ਇਸ ਕਰਕੇ ਉਹ ਇੱਕ ਇਲਹਾਮ, ਇੱਕ ਰੱਬੀ ਜਿਹੜੀ ਗੱਲ ਆ, ਉਹਨੂੰ ਸਾਡੇ ਲਈ ਸਮਝਣਾ, ਇਸ ਤਰ੍ਹਾਂ ਨਖੇੜ ਕੇ ਦੇਖਣਾ ਬਹੁਤ ਔਖਾ। ਫਿਰ ਤਾਂ ਜਦੋਂ ਭਾਈ ਬਿਧੀ ਚੰਦ ਨੇ 5ਵੇਂ ਪਾਤਸ਼ਾਹ ਵੇਲੇ, ਉਹਨਾਂ ਨੇ ਤਾਂ ਬਹੁਤ ਸ਼ਾਂਤਮਈ ਸ਼ਹਾਦਤ ਦਿੱਤੀ ਆ। ਕਿਸੇ ਨੇ ਜਦੋਂ ਗੁਰੂ ਸਾਹਿਬ ਦੇ ਬਾਰੇ ਮੰਦਾ ਬੋਲਿਆ ਤੇ ਭਾਈ ਬਿਧੀ ਚੰਦ ਨੇ ਟੋਟੇ ਕਰਕੇ ਉਹਦੇ ਨਹਿਰ 'ਚ ਸਿੱਟਤਾ ਸੀ। ਫਿਰ ਤਾਂ ਉਹ ਵੀ ਕਾਨੂੰਨ ਹੱਥ 'ਚ ਲੈਣ ਵਾਲੀ ਗੱਲ ਸੀ। ਇਸ ਲਈ ਜਦੋਂ ਅਸੀਂ ਗੁਰੂਆਂ ਨੂੰ ਨਖੇੜ ਕੇ ਦੇਖਦੇ ਆ, ਤੇ ਫਿਰ ਇੱਕ ਜੋਤ ਦੀ ਸਾਨੂੰ ਸਮਝ ਨਹੀਂ ਆਉਂਦੀ, ਤੇ ਅਸੀਂ ਇੱਕ ਬਿਰਤਾਂਤ ਪੈਦਾ ਕਰ ਦਿੰਦੇ ਆ ਵੀ ਗੁਰੂ ਨਾਨਕ ਸਾਹਿਬ ਐਂ ਨਹੀਂ ਕਰ ਸਕਦੇ ਸੀ, ਪਰ ਹੋ ਸਕਦਾ 10ਵੇਂ ਪਾਤਸ਼ਾਹ ਐਂ ਕਰਦੇ। ਇਹ ਬਹੁਤ ਗਲਤ ਗੱਲ ਆ। ਅਗਲੀ ਗੱਲ, ਜਿਹੜੇ ਕੁਝ ਬੰਦੇ ਇਹ ਗੱਲ ਕਹਿ ਰਹੇ ਆ ਵੀ ਇਹ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਹੀ ਰਹਿੰਦਾ ਸੀ, ਤੇ ਉਹਨਾਂ ਦੇ ਆਪਸ 'ਚ ਕੋਈ ਰੌਲਾ ਸੀ, ਉਹਨਾਂ ਨੇ ਇਹਨੂੰ ਮਾਰ ਕੇ ਤੇ ਬੇਅਦਬੀ ਦਾ ਬਹਾਨਾ ਕਰਤਾ। ਵੀ ਪਿਛਲੇ 5 ਸਾਲਾਂ 'ਚ ਤਾਂ ਅੱਜ ਤੱਕ ਇਹੋ ਜਿਹਾ ਬਹਾਨਾ ਅਸੀਂ ਕੀਤਾ ਨਹੀਂ ਕਦੇ। ਤੁਸੀਂ ਖਾਲਸਾ ਪੰਥ ਦਾ ਇਨਸਾਫ ਕੀਤਾ, ਇਸ ਤਰ੍ਹਾਂ ਨਾ ਮੰਨੋ। ਖਾਲਸਾ ਪੰਥ ਲਈ ਗੁਰੂ ਦੀ ਕੀ ਜਗ੍ਹਾ, ਇਹਨੂੰ ਸਮਝੋ। ਜੇ ਤੁਹਾਨੂੰ ਹਜੇ ਤੱਕ ਇਹਨਾਂ ਫਲਸਫਿਆਂ ਦੀ ਸਮਝ ਹੀ ਨਹੀਂ ਆ, ਫਿਰ ਤੁਹਾਨੂੰ ਬੋਲਣ ਦਾ ਕੋਈ ਹੱਕ ਨਹੀਂ ਇਸ ਗੱਲ ਤੇ। ਜੇ ਬੰਦੇ ਨੂੰ ਮਾਰਨਾ ਹੀ ਸੀ ਤਾਂ ਹੋਰ ਬਹੁਤ 100 ਤਰੀਕੇ ਹੁੰਦੇ ਆ, ਵੀ ਸਰਕਾਰ ਦਾ ਭੇਜਿਆ ਸੀ ਤੇ ਅਸੀਂ ਕਰਤਾ, ਲਾਤਾ ਸੌਦਾ। ਗੁਰੂ ਦੇ ਉੱਤੇ ਕੋਈ ਸਵਾਲ ਕਰਦਾ, ਤੇ ਗੁਰੂ ਦੇ ਉੱਤੇ ਖਾਲਸਾ ਪੰਥ ਦੀ ਸ਼ਰਧਾ ਕੀ ਆ, ਗੁਰੂ ਲਈ ਉਹ ਕੀ ਕਰ ਸਕਦੇ ਆ, ਇਸ ਗੱਲ ਨੂੰ ਸਮਝੋ। ਤੁਹਾਡੇ ਲਈ ਆਰਥਿਕ ਮਸਲੇ ਵੱਡੇ ਹੋਣੇ ਆ, ਉਹਨਾਂ ਲਈ ਧਰਮ ਤੇ ਧਰਮ ਦੀ ਹੋਂਦ ਬਹੁਤ ਵੱਡੀ ਆ। ਸੋ ਇਸ ਕਰਕੇ ਬੰਦਿਆਂ ਨੂੰ ਸਮਝੋ, ਕੌਮਾਂ ਦੇ ਫਲਸਫਿਆਂ ਨੂੰ ਸਮਝੋ, ਤੇ ਉਸ ਆਧਾਰ ਤੇ ਅਸੀਂ ਕੋਈ ਅੱਗੇ ਆਪਦੀ ਗੱਲ ਲੈ ਕੇ ਜਾਈਏ, ਕੋਈ ਬਿਰਤਾਂਤ ਸਿਰਜੀਏ। ਇਸ ਲਈ ਮੇਰਾ ਸਵਾਲ ਉਹੀ ਆ ਵੀ ਫੇਰ ਤਾਂ ਸਾਡੇ ਆਜ਼ਾਦੀ ਦੇ ਸੰਘਰਸ਼ 'ਚ ਜਿੰਨੇ ਬੰਦਿਆਂ ਨੇ ਸੰਘਰਸ਼ ਕੀਤਾ, ਉਹਨਾਂ ਨੇ ਸੰਘਰਸ਼ ਜਿਹੜਾ ਕੀਤਾ ਉਹ ਕਾਨੂੰਨ ਹੱਥ 'ਚ ਹੀ ਲਏ ਸੀ।
ਉਦੋਂ ਅੰਗਰੇਜ਼ਾਂ ਦੇ ਖਿਲਾਫ ਅਸੀਂ ਕਾਨੂੰਨ ਹੱਥ 'ਚ ਹੀ ਲੈਂਦੇ ਰਹੇ ਹਾਂ। ਤੁਸੀਂ ਕੁਝ ਦਿਨ ਪਹਿਲਾਂ ਇਹ ਗੱਲ ਕਹਿ ਕੇ ਹਟੇ ਹੋ ਵੀ ਅਸੀਂ ਨਲੂਏ ਦੇ ਵਾਰਸ ਹਾਂ, ਤੇ ਫਿਰ ਜੇ ਸਰਦਾਰ ਹਰੀ ਸਿੰਘ ਨਲੂਆ ਹੁੰਦੇ ਉਹ ਕੀ ਕਰਦੇ ਇਹ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ। ਇਸ ਲਈ ਇੱਥੇ ਵਿਕਟਮ ਕੌਣ ਆ ਤੇ ਇੱਥੇ ਕਲਪਰੇਟ ਕੌਣ ਆ, ਇਸ ਗੱਲ ਨੂੰ ਪਛਾਣੋ। ਇੱਥੇ ਡਿਸਟਿੰਕਸ਼ਨ ਥੋੜੀ ਜਿਹੀ ਇਹਦੇ 'ਚ ਲੈ ਕੇ ਆਓ। ਤੁਸੀਂ ਹਮੇਸ਼ਾ ਮੈਨੀਪੂਲੇਟ ਤੁਹਾਨੂੰ ਕਰ ਦਿੱਤਾ ਜਾਂਦਾ ਸਾਡੇ ਬਜ਼ੁਰਗਾਂ ਨੂੰ, ਤੇ ਉਹ ਵਿਕਟਮ ਦੇ ਸਰਕਾਰੀ ਧਿਰ ਦੇ ਹੱਕ 'ਚ ਭੁਗਤ ਜਾਂਦੇ ਆ ਤੇ ਕਲਪਰੇਟ ਨੂੰ ਗੁਨਾਹਗਾਰ ਦੱਸਣ ਲੱਗ ਜਾਂਦੇ ਆ। ਉਹ ਜਿਹੜਾ ਵਿਕਟਮ ਆ ਉਹਨੂੰ ਗੁਨਾਹਗਾਰ ਦੱਸਣ ਲੱਗ ਜਾਂਦੇ ਆ। ਸੋ ਇਸ ਕਰਕੇ ਤੁਸੀਂ ਕਲਪਰੇਟ ਕੌਣ ਆ ਇਹਨੂੰ ਦੇਖੋ। ਸਰਕਾਰੀ ਧਿਰ ਇੱਥੇ ਕਲਪਰੇਟ ਆ, ਅਸੀਂ ਵਿਕਟਮ ਆ। ਤੇ ਜਦੋਂ ਪੱਖਪਾਤੀ ਕਾਨੂੰਨ ਐਸ ਚਰਮ ਸੀਮਾ ਤੱਕ ਚਲਾ ਜਾਵੇ ਵੀ ਅੱਜ ਤੱਕ ਇੱਕ ਵੀ ਇਨਸਾਫ ਨਾ ਮਿਲਿਆ, ਫਿਰ ਖਾਲਸਾ ਪੰਥ ਨੇ ਆਪਦਾ ਕਰਤਾ ਇਨਸਾਫ। ਅਸੀਂ ਉਸ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਖੜ ਕੇ ਉਹਨਾਂ ਨੂੰ ਇਨਸਾਫ ਵੀ ਦਿਵਾਵਾਂਗੇ, ਉਹਨਾਂ ਖਾਤਰ ਕਾਨੂੰਨ ਦੀ ਲੜਾਈ ਵੀ ਲੜਾਂਗੇ, ਤੇ ਜੋ ਕੋਈ ਖਰਚਾ ਪਾਣੀ ਦੀ ਜ਼ਰੂਰਤ ਹੋਈ, ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੋਈ, ਉਹ ਵੀ ਕਰਾਂਗੇ। ਤੇ ਨਾਲ ਅਸੀਂ ਕਿਸਾਨ ਆਗੂਆਂ ਨੂੰ ਵੀ ਬੇਨਤੀ ਕਰਦੇ ਹਾਂ, ਤੁਹਾਡੇ ਨਾਲ ਆ। ਸਾਡੀ ਬੇਨਤੀ ਲੋਕਾਂ ਨੂੰ ਵੀ ਆ ਵੀ ਇਹਨਾਂ ਦੀ ਮਜਬੂਰੀ ਆ, ਇਹ ਸਮਝੋ। ਇਹ ਜੋ ਸਟੈਂਡ ਅੱਜ ਅਸੀਂ ਐਕਸਪੈਕਟ ਕਰਦੇ ਹਾਂ ਉਹ ਨਹੀਂ ਲੈ ਸਕਦੇ। ਇਹਨਾਂ ਦੇ ਉੱਤੇ ਵੀ ਬਹੁਤ ਵੱਡਾ ਪ੍ਰੈਸ਼ਰ ਆ, ਇਹਨੂੰ ਸਮਝ ਕੇ ਇਹ ਜਿਵੇਂ ਵੀ ਆ, ਇਹਨਾਂ ਕੋਲੇ ਇੰਨੀ ਕੀ ਸਮਰੱਥਾ, ਇਹਨਾਂ ਨੇ 3 ਕਾਨੂੰਨਾਂ ਦੀ ਲੜਾਈ ਲੜ ਰਹੇ ਆ। ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘੂ ਬਾਰਡਰ ਦੇ ਉੱਤੇ ਘਟਨਾ ਵਾਪਰੀ ਆ। ਕਈ ਵਾਰੀ ਅਸੀਂ ਕਿਸੇ ਘਟਨਾ ਨੂੰ ਜਦੋਂ ਦੇਖਦੇ ਆ ਨਾ, ਸਾਡਾ ਦੇਖਣ ਦਾ ਨਜ਼ਰੀਆ ਕਈ ਵਾਰੀ ਉਸੇ ਘਟਨਾ ਦੇ ਕੇਂਦਰਿਤ ਹੋ ਜਾਂਦਾ ਹੈ, ਪਰ ਉਸ ਘਟਨਾ ਦੇ ਪਿੱਛੇ ਕੀ ਕਹਾਣੀ ਹੈ ਉਹਨੂੰ ਵੀ ਸਮਝਣ ਦੀ ਲੋੜ ਹੁੰਦੀ ਹੈ। ਸਿੰਘੂ ਦੇ ਵਿੱਚ 2015 ਤੋਂ ਲੈ ਕੇ 22 ਆਉਣ ਵਾਲਾ ਹੈ, 6 ਜਾਂ 7 ਸਾਲ ਦਾ ਵਕਫਾ ਹੋ ਗਿਆ, ਸਮਾਂ ਹੋ ਗਿਆ। ਤਾਂ ਇਹਨਾਂ 7 ਸਾਲਾਂ ਦੇ ਵਿੱਚ ਅਨੇਕਾਂ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਅੰਗ ਪਾੜੇ ਗਏ, ਅੱਗਾਂ ਲਾਈਆਂ ਗਈਆਂ, ਸ਼ਾਂਤਮਈ ਬੈਠੇ ਸਿੱਖਾਂ ਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਇਨਸਾਫ ਮੰਗਦਿਆਂ ਦੇ ਉੱਤੇ। ਬਰਗਾੜੀ ਮੋਰਚਾ ਚੱਲਿਆ ਕਰੀਬ 6 ਮਹੀਨੇ। ਲੋਕਾਂ ਨੂੰ ਇੱਕ ਆਸ, ਇੱਕ ਉਮੀਦ ਜੀ ਵੱਜੀ ਕਿ ਸ਼ਾਇਦ ਇਨਸਾਫ ਹੈ ਜਿਹੜਾ ਉਹ ਮਿਲ ਜੇ। ਪਰ 7 ਸਾਲਾਂ ਦੇ ਵਿੱਚ ਬਥੇਰੀਆਂ ਸਿੱਟਾਂ ਬੈਠੀਆਂ, ਜਾਂਚਾਂ ਹੋਈਆਂ, ਕੋਈ ਸਿੱਟ ਦਾ ਕੋਈ ਨਤੀਜਾ ਨਹੀਂ ਆਇਆ, ਕੋਈ ਜਾਂਚ ਦਾ, ਕੋਈ ਪੜਤਾਲ ਦਾ, ਅੱਗੇ ਨਹੀਂ ਗੱਲ ਵਧੀ। ਤਾਂ ਉਹ ਸਾਰਾ ਜਿਹੜਾ 6-7 ਸਾਲਾਂ ਦਾ ਇੱਕ ਸਮਾਂ ਹੈ, ਤਾਂ ਉਸ ਸਮੇਂ ਦਾ ਜੋ ਘਟਨਾਕ੍ਰਮ ਹੋਇਆ, ਥਾਂ ਦੇ ਉੱਤੇ ਬੇਅਦਬੀਆਂ ਹੋਈਆਂ, ਉਹਦੇ ਲਈ ਵੀ ਇੱਕ ਰੋਹ ਹੈ ਸਿੱਖਾਂ ਦੇ ਅੰਦਰ, ਗੁੱਸਾ ਹੈ ਸਟੇਟ ਪ੍ਰਤੀ, ਸਰਕਾਰਾਂ ਪ੍ਰਤੀ, ਪ੍ਰਸ਼ਾਸਨ ਪ੍ਰਤੀ। ਤਾਂ ਜਦੋਂ ਲੋਕਾਂ ਨੂੰ ਜਾਂ ਕਿਸੇ ਕੌਮ ਨੂੰ ਕੋਈ ਸਟੇਟ ਤੋਂ, ਕੋਈ ਸਰਕਾਰਾਂ ਤੋਂ ਕੋਈ ਇਨਸਾਫ ਨਹੀਂ ਮਿਲਦਾ, ਖਬਰ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਸੁਭਾਵਿਕ ਨੇ ਵਾਪਰਨੀਆਂ। ਜੇ ਕਿਤੇ ਸਮਾਂ ਰਹਿੰਦੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਕਰਨ ਜਾਂ ਇਨਸਾਫ ਦਿੱਤਾ ਜਾਵੇ, ਤਾਂ ਸ਼ਾਇਦ ਇਹ ਘਟਨਾਵਾਂ ਨਾ ਵਾਪਰ।
ਇਹ ਲੋਕ ਰੋਹ ਦੇ ਵਿੱਚੋਂ, ਲੋਕ ਗੁੱਸੇ ਦੇ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ। ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਕਿ ਜਿਵੇਂ ਹੁਣ ਸਾਰਾ ਅੱਜ ਦੇ ਮੀਡੀਆ ਦੌਰਾਨ ਸਾਹਮਣੇ ਆਇਆ, ਉਹਦੇ ਪਰਿਵਾਰ ਦੇ ਮੈਂਬਰ ਸਾਹਮਣੇ ਆਏ, ਪਿੰਡ ਵਾਲੇ ਸਾਹਮਣੇ ਆਏ, ਤਾਂ ਕਿਹਾ ਗਿਆ ਕਿ ਨਸ਼ੇੜੀ ਬੰਦਾ ਹੈ। ਇਹਦਾ ਪਰਿਵਾਰ, ਇਹਦੇ ਘਰ ਵਾਲੀ, ਇਹਦੀਆਂ 3 ਕੁੜੀਆਂ ਨੇ, ਉਹ ਛੱਡ ਕੇ ਜਾ ਚੁੱਕੀਆਂ ਨੇ। ਇਹਦੇ ਮਾਂ ਪਿਓ ਵੀ ਇਹਦੇ ਹਾਲਾਤਾਂ ਕਰਕੇ ਮਰ ਚੁੱਕੇ ਨੇ, ਇਹਦੋਂ ਤੰਗ ਆ ਕੇ। ਤਾਂ ਇੱਥੇ ਸੋਚਣ ਵਾਲੀ ਗੱਲ ਬਣਦੀ ਆ ਕਿ ਜਿਵੇਂ ਆਮ ਪਿੰਡਾਂ ਵਾਲੇ ਅੱਜ ਕਹਿ ਰਹੇ ਆ ਕਿ ਜਿਹੜਾ ਬੰਦਾ ਕਦੇ ਅੰਮ੍ਰਿਤਸਰ ਨਹੀਂ ਟੱਪਿਆ, ਉਹ ਬੰਦਾ ਦਿੱਲੀ ਕਿਵੇਂ ਚਲੇ ਗਿਆ। ਦੇਖੋ, ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ, ਉਹਦੇ ਪਿੱਛੇ ਕੋਈ ਨਾ ਕੋਈ ਤਾਂ ਕਾਰਨ ਹੁੰਦੇ ਨੇ, ਕੋਈ ਨਾ ਕੋਈ ਸਾਜ਼ਿਸ਼ ਕੰਮ ਕਰ ਰਹੀ ਹੁੰਦੀ ਆ, ਜੋ ਜਾਂਚ ਦਾ ਵਿਸ਼ਾ ਹੈਗਾ। ਕਿਸ ਤਰੀਕੇ ਦੇ ਨਾਲ ਜਿਹੜੀਆਂ ਏਜੰਸੀਆਂ ਨੇ, ਸਰਕਾਰਾਂ ਨੇ, ਪਹਿਲਾਂ ਵੀ ਆਪਾਂ ਬਹੁਤ ਵਾਰੀ ਦੇਖਿਆ ਕਿ ਕਿਵੇਂ ਸਮੇਂ-ਸਮੇਂ ਤੇ ਏਜੰਸੀਆਂ ਨੇ, ਸਰਕਾਰਾਂ ਨੇ ਬੰਦਿਆਂ ਨੂੰ ਤਿਆਰ ਕਰਕੇ, ਬੰਦਿਆਂ ਨੂੰ ਹਾਇਰ ਕਰਕੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ। ਇਹ ਜਾਂਚ ਦਾ ਵਿਸ਼ਾ ਹੈ ਕਿ ਉਹਦੇ ਪਿੱਛੇ ਕੀ ਕਾਰਨ ਹੈ ਕਿ ਇੱਕ ਬੰਦਾ ਇੱਥੋਂ ਜਾਂਦਾ ਹੈ ਦਿੱਲੀ ਤੋਂ, ਉਹਨੂੰ ਲੈ ਕੇ ਜਾਣ ਵਾਲਾ ਕੌਣ ਹੈ। ਜੇ ਪਿੰਡ ਵਾਲੇ ਦੱਸ ਰਹੇ ਕਿ ਬੰਦਾ ਬਾਹਰ ਜੋਗਰਾ ਹੈ ਹੀ ਨਹੀਂ ਸੀ, ਉਹ ਇੰਨੇ ਜੋਗਰਾ ਹੀ ਨਹੀਂ ਸੀ, ਤਾਂ ਉਹਨੂੰ ਉਹ ਕਹਿੰਦਾ ਬਾਈ ਆਵਾਜ਼ ਹੀ ਨਹੀਂ ਆ ਰਹੀ ਯਾਰ, ਉਹ ਬਾਈ ਆਵਾਜ਼ ਆ ਰਹੀ ਹੈ, ਆਵਾਜ਼ ਦੱਸਿਓ ਬਾਈ, ਆਵਾਜ਼ ਆ ਰਹੀ ਹੈ ਬਾਈ, ਆਵਾਜ਼ ਦੱਸਿਓ ਕੋਈ ਯਾਰ, ਆਵਾਜ਼ ਆ ਰਹੀ ਹੈ। ਲਿਖ ਰਿਹਾ ਕੋਈ, ਕਹਿੰਦਾ ਬਾਈ ਆਵਾਜ਼ ਨਹੀਂ ਆਉਂਦੀ। ਆਵਾਜ਼ ਦੱਸਿਓ ਬਾਈ ਜੀ, ਆਵਾਜ਼ ਆ ਰਹੀ ਹੈ? ਆਉਂਦੀ ਹੈ, ਠੀਕ ਹੈ ਜੀ, ਠੀਕ ਹੈ ਜੀ। ਤਾਂ ਉੱਥੇ ਲੈ ਕੇ ਜਾਣ ਵਾਲਾ ਕੌਣ ਹੈ, ਫਿਰ ਅੱਗੇ ਉਹਨੂੰ ਤਿਆਰ ਕਰਨ ਵਾਲਾ ਕੌਣ ਹੈ। ਦੇਖੋ, ਜੇ ਆਪਾਂ ਸਮਝਾਂਗੇ, ਸੋਚਾਂਗੇ ਕਿ ਕੋਈ ਸਰਕਾਰ ਜਾਂਚ ਕਰੂਗੀ, ਕੋਈ ਪੁਲਿਸ ਜਾਂਚ ਕਰੂਗੀ, ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਕਰਨੀ ਹੈ। ਉਹਨਾਂ ਦਾ ਇਲਜ਼ਾਮ ਹੈ ਜਿਹੜਾ ਸਾਰਾ ਆਪਣੇ ਲੋਕਾਂ ਦੀ ਮੜਦਾ ਹੁੰਦਾ, ਉਹ ਪਹਿਲਾਂ ਹੀ ਮੜਦੇ ਆਏ ਨੇ। ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ, ਜਿਹੜੇ ਉੱਥੇ ਮੌਕੇ ਤੇ ਮੌਜੂਦ ਲੋਕ ਸੀ, ਜਿਨ੍ਹਾਂ ਵੀ ਲੋਕਾਂ ਨੇ ਉੱਥੇ ਮੌਕੇ ਦੇ ਉੱਤੇ ਘਟਨਾ ਦੇਖੀ ਹੈ, ਜਾਂ ਜਿਹੜਿਆਂ ਬੰਦਿਆਂ ਨੂੰ ਉੱਥੇ ਮਿਲਿਆ, ਪਹਿਲਾਂ ਹੀ ਮਿਲਦਾ ਰਿਹਾ ਹੋਊ, ਕਿਹਦੇ ਨਾਲ ਗਿਆ, ਕਿਸੇ ਦੇ ਤਾਂ ਤੰਬੂ 'ਚ ਰਹਿੰਦਾ ਹੋਊਗਾ, ਕਿਸੇ ਦੇ ਕੋਈ ਉੱਥੇ ਟਰਾਲੀ 'ਚ ਰਹਿੰਦਾ ਹੋਊਗਾ, ਉਹ ਬੰਦੇ ਦੱਸ ਸਕਦੇ ਨੇ ਇਹਨੂੰ ਕੌਣ ਲੈ ਕੇ ਗਿਆ, ਕਿਹਦੇ ਨਾਲ ਗਿਆ, ਕਿਹਦੇ ਨਾਲ ਦੀ ਗੱਲਬਾਤ ਹੋਈ ਹੈ। ਤਾਂ ਇਹ ਸਾਰੀਆਂ ਗੱਲਾਂ ਸਾਡੇ ਲੋਕਾਂ ਨੂੰ, ਉੱਥੇ ਬੈਠਿਆਂ ਨੂੰ, ਜਾਂ ਜਿਹੜੇ ਸਾਡੇ ਕਿਸਾਨ ਆਗੂ ਆ ਉਹਨਾਂ ਨੂੰ ਇਹ ਜਾਂਚ ਕਰਨੀ ਚਾਹੀਦੀ, ਤਹਿ ਤੱਕ ਜਾਣਾ ਚਾਹੀਦਾ ਕਿ ਮਸਲਾ ਜਿਹੜਾ ਇਹ ਵਾਪਰਿਆ ਕਿਉਂ। ਬਾਕੀ ਕਈ ਵਾਰੀ ਆਪਾਂ ਕਾਲੀ ਦੇ ਵਿੱਚ ਬੜੇ ਬਿਆਨ ਦਾਗ ਦਿੰਨੇ ਆ, ਆਪਾਂ ਨੂੰ ਆਦਤ ਜੀ ਬਣ ਗਈ ਇੱਕ ਦੂਜੇ ਦੇ ਖਿਲਾਫ ਬਿਆਨ ਦਾਗਣ ਦੀ। ਬਹੁਤ ਛੇਤੀ ਆਪਾਂ ਨੂੰ ਇਹ ਹੁੰਦਾ ਕਿ ਪਹਿਲਾਂ ਬਿਆਨ ਮੈਂ ਦੇਵਾਂ, ਪਹਿਲਾਂ ਮੈਂ ਦੇਵਾਂ, ਮੈਂ ਨਾ ਰਹਿ ਜਾ, ਮੈਂ ਨਾ ਪਿੱਛੇ ਰਹਿ ਜਾ। ਸੋ ਮੋਰਚੇ ਨਾਲ ਜੁੜੇ ਹੋਏ ਜਿਹੜੇ ਬੰਦੇ ਨੇ ਸਾਰੇ ਆਪਣੇ ਹੀ ਹੁੰਦੇ ਆ ਤੇ ਸਾਰੇ ਆਪਣੇ ਹੀ ਨੇ। ਜਿਹੜੇ ਵੀ ਬੰਦੇ ਲਗਾਤਾਰ ਮੋਰਚੇ ਦੇ ਵਿੱਚ ਡਟੇ ਹੋਏ ਨੇ, ਕਈ ਮਹੀਨਿਆਂ ਤੋਂ ਪੂਰਾ ਮੋਰਚਾ ਸਾਂਭਿਆ ਹੋਇਆ, ਸਾਨੂੰ ਯਕਦਮ ਜਿਹੜਾ ਉਹਨਾਂ ਦੇ ਖਿਲਾਫ ਵੀ ਨਹੀਂ ਬਿਆਨਬਾਜ਼ੀ ਕਰਨੀ ਚਾਹੀਦੀ। ਇਹ ਸੋਚ ਸਮਝ ਕੇ ਬੜੀ ਚਿੰਤਾ ਵਾਲੀ ਗੱਲ ਹੈ, ਗੌਰ ਕਰਨ ਵਾਲੀ ਗੱਲ ਹੈ। ਬੜੀ ਮੈਨੂੰ ਲੱਗਦਾ ਕਿ ਹੁਣ ਸਾਡੇ ਲੋਕਾਂ ਨੂੰ ਬੜੇ ਚੁਕੰਨੇ ਹੋਣ ਦੀ ਲੋੜ ਹੈ, ਕਿਉਂਕਿ ਮੈਂ 4 ਦਿਨ ਪਹਿਲਾਂ ਮੈਨੂੰ ਕਿਸੇ ਦਾ ਫੋਨ ਆਇਆ ਮੁੰਡੇ ਦਾ, ਕਹਿੰਦਾ ਬਾਈ ਇਹਨਾਂ ਨੇ, ਸਰਕਾਰ ਨੇ ਮੇਰਠ ਦੇ ਵਿੱਚ ਕੋਈ 400-500 ਬੰਦਾ ਤਿਆਰ ਕੀਤਾ ਹੈ, ਜਿਨ੍ਹਾਂ ਨੂੰ ਇਹ 100-100 200 ਬੰਦਾ ਸਿੰਘੂ, ਟਿਕਰੀ, ਗਾਜੀਪੁਰ ਤਿੰਨਾਂ ਹੱਦਾਂ ਦੇ ਵਿੱਚ, ਇਹ ਆਪਣੇ ਤਿੰਨਾਂ ਹੱਦਾਂ ਦੇ ਉੱਤੇ, ਤਿੰਨਾਂ ਮੋਰਚਿਆਂ ਦੇ ਤਿੰਨਾਂ ਪਾਸਿਆਂ ਦੇ ਉੱਤੇ ਆਪਣੇ ਬੰਦੇ ਇਹ ਬਾੜਨ ਦੀ ਗੜਬੜ ਕਰਾ ਸਕਦੇ ਆ।
ਵੈਸੇ ਇਹ ਤੋਂ ਘਬਰਾਉਣ ਦੀ ਵੀ ਸਾਨੂੰ ਬਹੁਤਾ ਲੋੜ ਨਹੀਂ। ਕੋਈ ਗੱਲ ਨਹੀਂ ਨਾ, ਬਥੇਰੀਆਂ ਪਹਿਲਾਂ ਵੀ ਚਾਲਾਂ ਚੱਲੀਆਂ ਸੀ, ਬਥੇਰੇ ਪਹਿਲਾਂ ਵੀ ਹੱਥਕੰਡੇ ਇਹਨਾਂ ਨੇ ਅਪਣਾਏ ਆ ਮੋਰਚੇ ਨੂੰ ਇਹਨਾਂ ਨੇ ਖਤਮ ਕਰਨ ਲਈ, ਖਦੇੜਨ ਲਈ। ਤਾਂ ਪਰ ਚਕੰਨੇ ਰਹਿਣ ਦੀ ਲੋੜ ਹੈ, ਕਿਉਂਕਿ ਹੋ ਸਕਦਾ ਕਿ ਇਹ ਜਿਹੜੀ ਘਟਨਾ ਹੈ ਇਹਦੇ ਵਿੱਚੋਂ ਨਿਕਲ ਕੇ ਆਈ ਹੋਵੇ। ਇਸ ਤਰ੍ਹਾਂ ਦਾ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚੋਂ ਗੜਬੜ ਕੋਈ ਕਰ ਸਕਦੇ ਆ। ਸੋ ਜਿੰਨੇ ਭਰਾ ਸਾਡੇ ਮੋਰਚੇ ਦੇ ਵਿੱਚ ਬੈਠੇ ਆ, ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਪੂਰੇ ਚਕੰਨੇ ਰਹੋ, ਸੁਚੇਤ ਰਹੋ, ਹਰ ਗੱਲ ਦੇ ਉੱਤੇ ਪਹਿਰਾ ਰੱਖੋ, ਧਿਆਨ ਰੱਖੋ ਕਿ ਕਿਹੜਾ ਬੰਦਾ ਬਾਹਰੋਂ ਆ, ਕਿਹੜਾ ਬੰਦਾ ਨਵਾਂ ਆ ਕੇ ਰਹਿਣ ਲੱਗਿਆ, ਕਿਹੜਾ ਬੰਦਾ ਕਿਵੇਂ ਆ, ਕਿਹੜਾ ਬੰਦਾ ਕਿਵੇਂ ਆ। ਕਿਉਂਕਿ ਮੋਰਚਾ ਸਾਡੇ ਲਈ, ਅਸੀਂ ਵਾਰ-ਵਾਰ ਇੱਕੋ ਗੱਲ ਕਹਿੰਦੇ ਆ ਕਿ ਮੋਰਚਾ ਸਾਡੇ ਲਈ ਜਿੱਤਣਾ ਬੜਾ ਜ਼ਰੂਰੀ ਹੈ। ਇਹ ਮੋਰਚੇ ਦੀ ਜਿੱਤ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੋਂਦ ਨੂੰ ਤੈਅ ਕਰਨਾ। ਇਸ ਮੋਰਚੇ ਦੀ ਜਿੱਤ ਨੇ ਛੋਟੀ ਮੋਟੀ ਗੱਲ ਨਹੀਂ ਹੈ। ਤੇ ਜਦੋਂ ਵੱਡੇ ਸੰਘਰਸ਼ ਚੱਲਦੇ ਨੇ, ਵੱਡੇ ਸੰਘਰਸ਼ਾਂ ਦੇ ਵਿੱਚ ਇਹ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਨੇ। ਉਹਨਾਂ ਘਟਨਾਵਾਂ ਨੂੰ ਕਿਵੇਂ ਦੇਖਣਾ ਹੈ, ਉਹਨਾਂ ਘਟਨਾਵਾਂ ਨੂੰ ਕਿਵੇਂ ਆਪਾਂ ਕੰਟਰੋਲ ਕਰਨਾ ਹੈ, ਕਾਬੂ ਕਰਨਾ ਹੈ, ਕਿਵੇਂ ਅਗਵਾਈ ਕਰਨੀ ਹੈ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ, ਤਾਂ ਇੱਥੇ ਬੜੇ ਸਬਰ ਦੀ, ਬੜੇ ਸੰਜਮ ਦੀ, ਏਕੇ ਦੀ ਤੇ ਦਿਮਾਗ ਨਾਲ ਚੱਲਣ ਦੀ ਲੋੜ ਹੁੰਦੀ ਹੈ। ਕਿਉਂਕਿ ਸਾਰੀਆਂ ਜਿਹੜੀਆਂ ਤਾਕਤਾਂ ਨੇ, ਬੀਜੇਪੀ ਨੇ ਪੂਰੀ ਤਾਕਤ ਝੋਕ ਰੱਖੀ ਹੈ ਵੀ ਕਿਸੇ ਵੀ ਤਰੀਕੇ ਨਾਲ ਸਰਕਾਰ ਨੇ, ਮੋਦੀ ਸਰਕਾਰ ਨੇ ਤਾਕਤਾਂ ਪੂਰੀਆਂ ਲਾ ਰੱਖੀਆਂ ਨੇ, ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਵੇਂ ਨਾ ਕਿਵੇਂ ਕਰਕੇ ਇਸ ਮੋਰਚੇ ਨੂੰ ਜਿਹੜਾ ਉਹ ਖਦੇੜਿਆ ਜਾਵੇ, ਬਦਨਾਮ ਕੀਤਾ ਜਾਵੇ, ਇਹਨਾਂ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾਵੇ, ਦਫਾੜ ਕੀਤਾ ਜਾਵੇ। ਸੋ ਆਪਾਂ ਕੋਈ ਵੀ ਚਾਲ ਹੈ ਜਿਹੜੀ ਇਹਨਾਂ ਦੀ ਕਾਮਯਾਬ ਨਹੀਂ ਹੋਣ ਦੇਣੀ। ਆਪਾਂ ਵਾਰ-ਵਾਰ ਇੱਕੋ ਗੱਲ ਕਰਦੇ ਹਾਂ, ਜੇ ਅਸੀਂ ਮੋਰਚਾ ਨੁਕਸਾਨ ਖਾ ਜਾਂਦੇ ਹਾਂ ਖੁਦਾ ਨਾ ਖਾਸਤਾ, ਤਾਂ ਬਹੁਤ ਵੱਡਾ ਜਿਹੜਾ ਖਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨਸਲਾਂ ਨੂੰ, ਆਉਣ ਵਾਲੀਆਂ ਨੂੰ ਤੇ ਸਾਨੂੰ ਇਹ ਭੁਗਤਣਾ ਪੈਣਾ। ਸੋ ਭਰਾਵੋ, ਇਹ ਬੇਨਤੀ ਕਰਦੇ ਆ, ਅਖੀਰ ਤੇ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਸਾਡੇ ਭਰਾ ਨੇ ਉਹ ਵੱਡੀ ਗਿਣਤੀ ਦੇ ਵਿੱਚ ਮੋਰਚੇ ਨਾਲ ਵੀ ਜਾ ਕੇ ਜੜੋ। ਉੱਥੇ ਵਾਰੀਆਂ ਬੰਨ੍ਹ ਕੇ ਹਰ ਪਿੰਡ ਦੇ ਵਿੱਚ 10-10 ਬੰਦੇ ਪਹੁੰਚੋ। ਸਾਡਾ ਹੁਣ ਫਰਜ਼ ਬਣਦਾ ਹੈ, ਕਿਉਂਕਿ ਜਿੰਨੀ ਸਾਡੀ ਉੱਥੇ ਗਿਣਤੀ ਜ਼ਿਆਦਾ ਹੋਊਗੀ ਉਨੇ ਸਰਕਾਰ ਨੂੰ ਹੱਥ ਪਾਉਣਾ ਔਖਾ ਹੋਊਗਾ। ਇਹੋ ਜਿਹੀਆਂ ਜਿਹੜੀਆਂ ਚਾਲਾਂ ਚੱਲ ਰਹੇ ਨੇ, ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ, ਇਹਨਾਂ ਨੂੰ ਵੀ ਨੱਥ ਪਊਗੀ ਜਿੰਨਾ ਸਾਡਾ ਉੱਥੇ ਇਕੱਠ ਜ਼ਿਆਦਾ ਹੋਊਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਚਕੰਨੇ ਰਹੋ, ਸੁਚੇਤ ਰਹੋ, ਜੁੜੋ ਮੋਰਚੇ ਦੇ ਨਾਲ। ਮੋਰਚਾ ਜਿੱਤਣਾ ਸਾਡਾ ਬੜਾ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।